ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤਾਂ 100 ਰੁਪਏ ਦੇ ਲਾਗੇ ਅੱਪੜੀ ਗਈ ਹੈ, ਕਈ ਥਾਈਂ 100 ਤੋਂ ਟੱਪ ਵੀ ਗਈ ਹੈ ਅਤੇ LPG ਦੀ ਕੀਮਤ ਵੀ ਜਿਸ ਤਰ੍ਹਾਂ ਲਗਾਤਾਰ ਵਧ ਰਹੀ ਹੈ, ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਦਿਨ LPG ਗੈਸ ਦਾ ਸਿਲੰਡਰ ਵੀ 1000 ਰੁਪਏ ਦੀ ਕੀਮਤ ਤੱਕ ਪਹੁੰਚੂਗਾ। ਇਹ ਦਿਨ ਛੇਤੀ ਹੀ ਆ ਰਿਹਾ ਲੱਗਦਾ ਹੈ। ਸੋ ਇਹ ਸਾਰੀਆਂ ਕੀਮਤਾਂ ਕਿਉਂ ਵਧ ਰਹੀਆਂ ਨੇ, ਇਹਦੇ ਪਿੱਛੇ ਕੀ ਕਾਰਨ ਹੈ, ਇਸ ਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅੱਜ ਇਸ ਐਪੀਸੋਡ ਦੇ ਵਿੱਚ ਦਵਾਂਗੇ। जो दर्शक साडे चैनल जैम टीवी ਨੂੰ लगातार ਵੇਖਦੇ ਨੇ ਉਹਨਾਂ ਨੂੰ याद होना है कि पिछले साल 8 महीने ਪਹਿਲਾਂ 27 ਜੂਨ 2020 ਨੂੰ ਅਸੀਂ ਐਪੀਸੋਡ ਲਿਆਂਦਾ ਸੀ ਅਤੇ ਦੱਸਿਆ ਸੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੱਕ ਦਿਨ ਰਿਕਾਰਡ ਜ਼ਰੂਰ ਬਣਾਉਣਗੀਆਂ ਅਤੇ ਠੀਕ ਉਹੀ ਹੋਇਆ। ਪੈਟਰੋਲ ਅਤੇ ਡੀਜ਼ਲ ਨੇ ਦੇਸ਼ ਵਿੱਚ ਨਵੇਂ ਰਿਕਾਰਡ ਬਣਾ ਦਿੱਤੇ ਨੇ। 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂ ਲਿਆ। ਇਹ ਇੱਕ ਨਵਾਂ ਰਿਕਾਰਡ ਬਣ ਗਿਆ, ਇੱਕ ਮੰਦਭਾਗਾ ਰਿਕਾਰਡ। ਇਸੇ ਤਰ੍ਹਾਂ LPG ਗੈਸ ਸਿਲੰਡਰ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ ਅਤੇ ਇਹ ਵੀ ਛੇਤੀ ਹੁਣ 1000 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਹੋਣ ਵੱਲ ਵਧ ਰਹੀ ਹੈ। ਕੀਮਤਾਂ ਵਿੱਚ ਇੰਨਾ ਜ਼ਿਆਦਾ ਵਾਧਾ ਕਿਉਂ ਹੋ ਰਿਹਾ ਹੈ, ਮਹਿੰਗਾਈ ਦੀ ਮਾਰ ਕਿਉਂ ਪੈ ਰਹੀ ਹੈ, ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰਾ ਵਰਤਾਰਾ ਪਿਛਲੇ ਕੁਝ ਸਾਲਾਂ ਦੌਰਾਨ ਹੀ ਸ਼ੁਰੂ ਹੋਇਆ। ਸਾਲ 2009 ਤੱਕ ਤਾਂ ਸਭ ਕੁਝ ਠੀਕ ਸੀ। ਸਾਲ 2010 ਵਿੱਚ ਉਸ ਵੇਲੇ ਦੀ ਸਰਕਾਰ ਨੇ ਪੈਟਰੋਲ ਦੀ ਕੀਮਤ ਨੂੰ ਕੁਝ ਹੱਦ ਤੱਕ ਡੀਰੈਗੂਲੇਟ ਕਰ ਦਿੱਤਾ ਸੀ। ਡੀਰੈਗੂਲੇਟ ਕਰਨ ਦਾ ਭਾਵ ਕਿ ਇਹਦੇ ਉੱਪਰੋਂ ਸਰਕਾਰੀ ਕੰਟਰੋਲ ਖਤਮ ਕਰ ਦਿੱਤਾ ਜਾਂ ਬਹੁਤ ਜ਼ਿਆਦਾ ਘਟਾ ਦਿੱਤਾ, ਜਿਹਦੇ ਨਾਲ ਪੈਟਰੋਲ ਦੀ ਕੀਮਤ ਆਪਣੇ ਆਪ ਵਧਣ ਘਟਣ ਲੱਗ ਪਈ ਸੀ। ਇਸ ਤੋਂ ਬਾਅਦ ਅਗਲੀ ਸਰਕਾਰ ਨੇ ਸਾਲ 2014 ਵਿੱਚ ਡੀਜ਼ਲ ਦੀ ਕੀਮਤ ਨੂੰ ਵੀ ਡੀਰੈਗੂਲੇਟ ਕਰ ਦਿੱਤਾ, ਯਾਨੀ ਡੀਜ਼ਲ ਦੇ ਉੱਪਰੋਂ ਸਰਕਾਰੀ ਕੰਟਰੋਲ ਖਤਮ ਕਰ ਦਿੱਤਾ। ਉਸ ਤੋਂ ਬਾਅਦ ਇਹ ਪ੍ਰਣਾਲੀ ਫਿਰ ਬਦਲੀ ਗਈ ਹੈ ਸਾਲ 2017 ਵਿੱਚ। 10 ਜੂਨ 2017 ਨੂੰ ਕੇਂਦਰ ਸਰਕਾਰ ਨੇ ਇਹ ਫੈਸਲਾ ਕਰ ਦਿੱਤਾ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਪੱਧਰ ਉੱਤੇ ਯਾਨੀ ਡੇਲੀ ਬੇਸਿਸ ਉੱਤੇ ਬਦਲੀ ਜਾਊਗੀ। ਹਰ ਰੋਜ਼ ਨਵੀਂ ਕੀਮਤ ਤੈਅ ਹੋਊਗੀ, ਜਾਂ ਕਹਿ ਲਓ ਕਿ ਤੈਅ ਹੋਣ ਲਈ ਆਜ਼ਾਦ ਹੋਊਗੀ, ਖੁੱਲ੍ਹੀ ਛੱਡ ਦਿੱਤੀ ਗਈ। ਲਗਭਗ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਦਲਦੀ ਹੈ, ਕਦੀ 10 ਪੈਸੇ, ਕਦੀ 5 ਪੈਸੇ, ਕਦੀ 30 ਪੈਸੇ, ਕਦੀ 35 ਪੈਸੇ ਕੀਮਤ ਬਦਲੀ ਹੋਈ ਨਜ਼ਰ ਆਉਂਦੀ ਹੈ। ਇੱਕ ਤਰ੍ਹਾਂ ਨਾਲ ਸਰਕਾਰਾਂ ਜ਼ਿੰਮੇਵਾਰੀ ਤੋਂ ਮੁਕਤ ਹੋ ਗਈਆਂ, ਉਹਨਾਂ ਨੇ ਆਪਣਾ ਪੱਲਾ ਝਾੜ ਲਿਆ। ਸਰਕਾਰਾਂ ਨੇ ਅਜਿਹਾ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਦੇ ਉੱਪਰ ਦਬਾਅ ਬਣਦਾ ਸੀ, ਲੋਕਾਂ ਨੂੰ ਜਵਾਬਦੇਹ ਹੋਣਾ ਪੈਂਦਾ ਸੀ ਕਿ ਪੈਟਰੋਲ ਦੀ ਕੀਮਤ ਇੰਨੀ ਕਿਉਂ ਆ ਜਾਂ ਇੰਨੀ ਕਿਉਂ ਨਹੀਂ, ਜਾਂ ਘਟਾਈ ਜਾਵੇ। ਇਹਦਾ ਦਬਾਅ ਸਰਕਾਰਾਂ ਮਹਿਸੂਸ ਕਰਦੀਆਂ ਸੀ। ਸੋ ਜਦੋਂ ਡੀਰੈਗੂਲੇਟ ਕਰ ਦਿੱਤਾ, ਆਪਣਾ ਕੰਟਰੋਲ ਚੱਕ ਲਿਆ, ਤਾਂ ਸਰਕਾਰਾਂ ਜ਼ਿੰਮੇਵਾਰੀ ਤੋਂ ਮੁਕਤ ਹੋ ਗਈਆਂ। ਹੁਣ ਉਹਨਾਂ ਨੂੰ ਲੋਕਾਂ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਸੀ। ਹੁਣ ਜਦੋਂ ਸਰਕਾਰਾਂ ਨੇ ਇਹ ਪ੍ਰਣਾਲੀ ਲਿਆਂਦੀ ਤਾਂ ਕਿਹਾ ਇਹ ਗਿਆ ਸੀ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਜੋ ਵੀ ਹੋਊਗੀ, ਕਰੂਡ ਆਇਲ ਦੀ ਜੋ ਕੀਮਤ ਹੋਊਗੀ, ਉਹਦੇ ਮੁਤਾਬਕ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੈਅ ਹੋਊਗੀ। ਪਰ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵੇਲੇ ਦੁਨੀਆ ਭਰ ਵਿੱਚ ਕੱਚੇ ਤੇਲ ਦੀ ਕੀਮਤ ਘੱਟ ਚੱਲ ਰਹੀ ਹੈ, ਉਨੀ ਨਹੀਂ ਜਿੰਨੀ ਇੰਡੀਆ ਵਿੱਚ ਸਾਡੀ ਛਿੱਲ ਲਿਥ ਰਹੀ ਹੈ। ਕੁਝ ਦੇਸ਼ਾਂ ਦੇ ਤੁਹਾਨੂੰ ਉਦਾਹਰਨ ਦੇ ਦਿੰਦੇ ਹਾਂ। ਸਾਡੇ ਆਲੇ ਦੁਆਲੇ ਦੇ ਦੇਸ਼, ਪਾਕਿਸਤਾਨ ਦੇ ਵਿੱਚ ਪੈਟਰੋਲ 51 ਰੁਪਏ ਪ੍ਰਤੀ ਲੀਟਰ ਦੀ ਕੀਮਤ ਨਾਲ ਵਿਕ ਰਿਹਾ ਹੈ। ਅਫਗਾਨਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ 43 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਸਾਡੇ ਆਲੇ ਦੁਆਲੇ ਦੇ ਹੋਰ ਦੇਸ਼ ਜਿਨ੍ਹਾਂ ਨੂੰ ਸਾਡੇ ਤੋਂ ਘੱਟ ਵਿਕਸਿਤ ਦੇਸ਼ ਮੰਨਿਆ ਜਾਂਦਾ, ਜਿਵੇਂ ਨੇਪਾਲ ਅਤੇ ਸ਼੍ਰੀਲੰਕਾ, ਉੱਥੇ ਵੀ ਪੈਟਰੋਲ ਡੀਜ਼ਲ ਦੀ ਕੀਮਤ ਸਾਡੇ ਦੇਸ਼ ਨਾਲੋਂ ਕਿਤੇ ਘੱਟ ਚੱਲ ਰਹੀ ਹੈ। ਫਿਰ ਭਾਰਤ ਵਿੱਚ ਹੀ ਕੀਮਤਾਂ ਇੰਨੀਆਂ ਵੱਧ ਕਿਉਂ ਚੱਲ ਰਹੀਆਂ ਨੇ? ਇਹ ਸੋਚਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਨੂੰ ਕੋਈ ਖਾਸ ਕਿਸਮ ਦਾ ਤੇਲ ਸਪਲਾਈ ਹੁੰਦਾ ਹੈ? ਐਸਾ ਵੀ ਨਹੀਂ। ਸਾਰੇ ਦੇਸ਼ਾਂ ਨੂੰ ਇੱਕੋ ਜਿਹਾ ਤੇਲ ਆਉਂਦਾ ਹੈ, ਪਰ ਕੀਮਤਾਂ ਸਾਰੇ ਦੇਸ਼ਾਂ ਵਿੱਚ ਅਲੱਗ-ਅਲੱਗ ਨੇ। ਕੀਮਤਾਂ ਅਲੱਗ ਇਸ ਕਰਕੇ ਨੇ ਕਿਉਂਕਿ ਇਹਨਾਂ ਦੇ ਵਿੱਚ ਟੈਕਸ ਮਿਲੇ ਹੁੰਦੇ ਨੇ। ਟੈਕਸ ਦੀ ਕੀਮਤ ਜਦੋਂ ਵਿੱਚ ਪਾਈ ਜਾਂਦੀ ਹੈ, ਵਿੱਚ ਜੁੜਦੀ ਹੈ, ਤਾਂ ਕੀਮਤਾਂ ਆਸਮਾਨ ਨੂੰ ਚੜ੍ਹਦੀਆਂ ਨੇ ਅਤੇ ਭਾਰਤ ਵਿੱਚ ਅਜਿਹਾ ਹੀ ਹੋ ਰਿਹਾ। ਦਰਅਸਲ ਸਾਡੇ ਦੇਸ਼ ਵਿੱਚ ਤਰ੍ਹਾਂ ਦੇ ਟੈਕਸ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਉੱਪਰ ਲੱਗੇ ਹੋਏ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਜੇ ਸਾਰੇ ਟੈਕਸ ਵਿੱਚੋਂ ਹਟਾ ਦਿੱਤੇ ਜਾਣ ਤਾਂ ਪੈਟਰੋਲ ਅਤੇ ਡੀਜ਼ਲ ਦੀ ਅਸਲੀ ਕੀਮਤ ਸਾਡੇ ਦੇਸ਼ ਵਿੱਚ ਜੋ ਬਣੂਗੀ ਉਹ ਹੋਊਗੀ ਤਕਰੀਬਨ 31 ਜਾਂ 32 ਰੁਪਏ ਪ੍ਰਤੀ ਲੀਟਰ। ਇਹ ਹੈ ਪੈਟਰੋਲ ਅਤੇ ਡੀਜ਼ਲ ਦੀ ਅਸਲੀ ਕੀਮਤ। ਹੁਣ ਤੁਸੀਂ ਸੋਚੋ ਕਿ 31 ਅਤੇ 32 ਰੁਪਏ ਪ੍ਰਤੀ ਲੀਟਰ ਦੀ ਕੀਮਤ ਉੱਤੇ ਵਿਕਣੇ ਚਾਹੀਦੇ ਨੇ ਪੈਟਰੋਲ ਅਤੇ ਡੀਜ਼ਲ, ਪਰ ਵਿਕ ਰਹੇ ਨੇ 60 ਗੁਣਾ ਜ਼ਿਆਦਾ ਕੀਮਤ ਉੱਤੇ, ਤਕਰੀਬਨ 100 ਰੁਪਏ ਦੇ ਪ੍ਰਤੀ ਲੀਟਰ ਦੇ ਲਾਗੇ ਛਾਗੇ। ਬਾਕੀ ਦੀ ਜੋ ਹੁਣ ਕੀਮਤ ਅਸੀਂ ਅਦਾ ਕਰ ਰਹੇ ਹਾਂ ਉਹ ਸਾਰੇ ਟੈਕਸ ਨੇ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਆਉਂਦਾ ਹੈ ਸੈਂਟਰਲ ਐਕਸਾਈਜ਼ ਡਿਊਟੀ, ਜਿਹਦੇ ਵਿੱਚ ਪਿਛਲੇ ਦਿਨਾਂ ਦੌਰਾਨ ਕਾਫੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੈਟ
ਦੀ ਕੀਮਤ ਵੀ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਜੋੜੀ ਜਾਂਦੀ ਹੈ। ਕੁੱਲ ਮਿਲਾ ਕੇ ਇਹ ਸਮਝ ਲਵੋ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜੋ ਕੀਮਤ ਆ ਉਹ ਉਹਨਾਂ ਕੀਮਤਾਂ ਨੂੰ ਪ੍ਰਭਾਵਿਤ ਨਹੀਂ ਕਰ ਰਹੀ ਜਿੰਨਾ ਕਿ ਸਾਡੇ ਦੇਸ਼ ਵਿੱਚ ਲੱਗਦੇ ਟੈਕਸ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਉੱਪਰ ਚੁੱਕ ਰਹੇ ਨੇ। ਨਹੀਂ ਤਾਂ ਤੁਸੀਂ ਆਪ ਇਸ ਚੀਜ਼ ਦਾ ਹਿਸਾਬ ਲਾ ਲਓ ਕਿ ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਉੱਪਰ ਨੂੰ ਜਾਂਦੀਆਂ ਨੇ ਤਾਂ ਸਾਡੇ ਦੇਸ਼ ਵਿੱਚ ਵੀ ਕੀਮਤਾਂ ਉੱਪਰ ਨੂੰ ਜਾਂਦੀਆਂ ਨੇ, ਪਰ ਦੂਜੇ ਬੰਨੇ ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਨੂੰ ਆਉਂਦੀਆਂ ਨੇ ਤਾਂ ਸਾਡੇ ਦੇਸ਼ ਵਿੱਚ ਤਾਂ ਵੀ ਉੱਪਰ ਨੂੰ ਹੀ ਜਾਂਦੀਆਂ ਨੇ। ਕਾਰਨ ਫਿਰ ਉਹੀ ਹੈ ਕਿਉਂਕਿ ਇੱਥੇ ਵੱਖ-ਵੱਖ ਤਰ੍ਹਾਂ ਦੇ ਟੈਕਸ ਲਾਏ ਜਾਂਦੇ ਨੇ ਜੋ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਹੇਠਾਂ ਆਉਣ ਹੀ ਨਹੀਂ ਦਿੰਦੇ, ਲੋਕਾਂ ਨੂੰ ਕੋਈ ਰਾਹਤ ਹੋਣ ਹੀ ਨਹੀਂ ਦਿੰਦੇ। LPG, ਪੈਟਰੋਲ ਅਤੇ ਡੀਜ਼ਲ ਇਹਨਾਂ ਦੀ ਸਪਲਾਈ ਕੌਣ ਕਰ ਰਿਹਾ? ਵੱਡੇ ਕਾਰੋਬਾਰੀ ਵਪਾਰਕ ਘਰਾਣੇ, ਉਹੀ ਇਹ ਸਾਰਾ ਕੁਝ ਸਪਲਾਈ ਕਰਦੇ ਨੇ ਅਤੇ ਜਦੋਂ ਕੀਮਤਾਂ ਵੱਧ ਰਹੀਆਂ ਨੇ ਤਾਂ ਉਹਨਾਂ ਦਾ ਮੁਨਾਫਾ ਵੀ ਨਾਲੋਂ ਨਾਲ ਵੱਧ ਰਿਹਾ ਹੈ। ਇੱਕ ਤਰ੍ਹਾਂ ਨਾਲ ਆਮ ਲੋਕ ਠੱਗ ਹੋ ਰਹੇ ਨੇ, ਲੁੱਟ ਹੋ ਰਹੇ ਨੇ ਅਤੇ ਵੱਡੇ ਕਾਰੋਬਾਰੀ ਅਤੇ ਵਪਾਰਕ ਘਰਾਣੇ ਮੁਨਾਫਾ ਕਮਾ ਰਹੇ ਨੇ। ਵੱਧਦੀਆਂ ਕੀਮਤਾਂ ਉਹਨਾਂ ਨੂੰ ਰਾਸ ਆ ਰਹੀਆਂ ਨੇ ਅਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਵੱਡੇ ਪੱਧਰ ਉੱਤੇ ਆਮਦਨੀ ਹੋ ਰਹੀ ਹੈ, ਪਰ ਲੁੱਟਿਆ ਕੌਣ ਜਾ ਰਿਹਾ ਹੈ? ਆਮ ਜਨਤਾ, ਗਰੀਬ ਜਨਤਾ। ਨਾਲੋਂ ਨਾਲ ਥੋੜ੍ਹੀ ਬਹੁਤੀ ਗੱਲ ਕੌਮਾਂਤਰੀ ਬਾਜ਼ਾਰ ਦੀ ਵੀ ਜ਼ਰੂਰ ਕਰ ਲਈਏ। ਕੌਮਾਂਤਰੀ ਬਾਜ਼ਾਰ ਯਾਨੀ ਇੰਟਰਨੈਸ਼ਨਲ ਮਾਰਕੀਟ, ਜਿੱਥੇ ਸਾਰੇ ਦੇਸ਼ਾਂ ਵਿੱਚ ਤੇਲ ਦੀ ਸਪਲਾਈ ਹੁੰਦੀ ਹੈ, ਉਸ ਦੀ ਇੱਕ ਔਸਤਨ ਕੀਮਤ ਜਦੋਂ ਕੱਢੀ ਜਾਂਦੀ ਹੈ ਤਾਂ ਉਹ ਪ੍ਰਮੁੱਖ ਤੌਰ ਉੱਤੇ ਡਿਮਾਂਡ ਅਤੇ ਸਪਲਾਈ ਦੇ ਉੱਪਰ ਨਿਰਭਰ ਕਰਦੀ ਹੈ। ਕਿੰਨੀ ਮੰਗ ਹੈ ਅਤੇ ਕਿੰਨੀ ਉਹਦੀ ਸਪਲਾਈ ਹੋ ਰਹੀ ਹੈ, ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਜਿਹੜੀ ਵੀ ਚੀਜ਼ ਦੀ ਮੰਗ ਜ਼ਿਆਦਾ ਹੋਊਗੀ ਅਤੇ ਸਪਲਾਈ ਥੋੜ੍ਹੀ ਜਿਹੀ ਘੱਟ ਜਾਵੇ ਤਾਂ ਉਹਦੀ ਕੀਮਤ ਆਪਣੇ ਆਪ ਵੱਧਦੀ ਹੈ। ਪਿਛਲੇ ਸਾਲ ਜਦੋਂ ਕਰੋਨਾ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਲੋਕਡਾਊਨ ਲੱਗਾ ਸੀ ਤਾਂ ਤੇਲ ਦੀਆਂ ਕੀਮਤਾਂ ਦੀ ਮੰਗ ਬਹੁਤ ਘਟ ਗਈ ਸੀ ਅਤੇ ਇਸੇ ਕਰਕੇ ਤੇਲ ਦੀਆਂ ਕੀਮਤਾਂ ਵੀ ਘਟ ਗਈਆਂ ਸੀ। ਅਮਰੀਕਾ ਵਰਗੇ ਦੇਸ਼ ਵਿੱਚ ਤਾਂ ਲਗਭਗ 0 ਤੱਕ ਕੀਮਤ ਪਹੁੰਚ ਗਈ ਸੀ। ਉਸ ਤੋਂ ਬਾਅਦ ਜਦੋਂ ਲੋਕਡਾਊਨ ਖੁੱਲ੍ਹ ਗਿਆ, ਮਨੁੱਖੀ ਸਰਗਰਮੀ ਦੁਬਾਰਾ ਦੌੜ ਭੱਜ ਸ਼ੁਰੂ ਹੋ ਗਈ ਤਾਂ ਤੇਲ ਦੀ ਮੰਗ ਇੱਕਦਮ ਵਧੀ ਅਤੇ ਜਦੋਂ ਤੇਲ ਦੀ ਮੰਗ ਇੱਕਦਮ ਵਧੀ ਤਾਂ ਤੇਲ ਦੀਆਂ ਕੀਮਤਾਂ ਵੀ ਵਧਣੀਆਂ ਲਾਜ਼ਮੀ ਸੀ। ਦੁਨੀਆ ਜੋ 5-6 ਮਹੀਨੇ ਖੜੀ ਰਹੀ, ਉਹ ਜਦੋਂ ਅਚਾਨਕ ਤੁਰੀ ਤਾਂ ਹੋਰ ਤੇਜ਼ ਰਫ਼ਤਾਰ ਨਾਲ ਦੌੜੀ ਅਤੇ ਨਾਲ ਦੀ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਉੱਪਰ ਚੜ੍ਹੀਆਂ। ਇਸ ਦੇ ਨਾਲ OPEC ਯਾਨੀ ਉਹ ਦੇਸ਼ ਜੋ ਤੇਲ ਸਪਲਾਈ ਕਰਦੇ ਨੇ, ਉਹਨਾਂ ਦੀ ਜਥੇਬੰਦੀ, ਉਹਨਾਂ ਦੇ ਜੋ ਸਮੂਹ ਨੂੰ ਕਹਿੰਦੇ ਨੇ OPEC ਵਾਲੇ ਵੀ ਲਗਾਤਾਰ ਪੈਟਰੋਲ ਦੀ ਕੀਮਤ ਦੀ ਸਮੀਖਿਆ ਕਰਦੇ ਨੇ ਅਤੇ ਨਾਲ ਦੀ ਨਾਲ ਇਹਦੀ ਸਪਲਾਈ ਦੀ ਵੀ ਸਮੀਖਿਆ ਕਰਦੇ ਰਹਿੰਦੇ ਨੇ। ਕਾਫੀ ਹੱਦ ਤੱਕ ਕੌਮਾਂਤਰੀ ਬਾਜ਼ਾਰ ਵਿੱਚ ਜੋ ਤੇਲ ਦੀ ਕੀਮਤ ਹੈ ਇਹਨਾਂ ਦੁਆਰਾ ਕੀਤੀ ਸਮੀਖਿਆ ਉੱਪਰ ਹੀ ਨਿਰਭਰ ਹੁੰਦੀ ਹੈ। ਇਸ ਲਿਹਾਜ਼ ਨਾਲ ਸਾਡੇ ਦੇਸ਼ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ ਇੰਨੀ ਉੱਪਰ ਨਹੀਂ ਹੋਣੀ ਚਾਹੀਦੀ। ਸੋ ਇੱਕ ਚੀਜ਼ ਸਪਸ਼ਟ ਹੈ ਕਿ ਕਿਹਾ ਜਾਂਦਾ ਸਰਕਾਰ ਵੱਲੋਂ ਕਿ ਕੌਮਾਂਤਰੀ ਬਾਜ਼ਾਰ ਵਿੱਚ ਜੋ ਕੀਮਤ ਚੱਲ ਰਹੀ ਹੈ ਉਹਦਾ ਅਸਰ ਹੈ, ਪਰ ਅਜਿਹਾ ਹੁੰਦਾ ਨਹੀਂ। ਇਹ ਤਾਂ ਸੀ ਪੈਟਰੋਲ ਅਤੇ ਡੀਜ਼ਲ ਦੀ ਗੱਲ। ਹੁਣ ਨਾਲ ਲੱਗਦੀ ਗੱਲ ਕਰ ਲਈਏ LPG ਗੈਸ ਸਿਲੰਡਰ ਦੀ, ਜੋ ਕਿ ਉਨੀ ਹੀ ਜ਼ਰੂਰੀ ਚੀਜ਼ ਹੈ ਹਰ ਘਰ ਦੇ ਲਈ। LPG ਗੈਸ ਸਿਲੰਡਰ ਦੀ ਕੀਮਤ ਵਿੱਚ ਪਿਛਲੇ 10 ਮਹੀਨਿਆਂ ਦੌਰਾਨ 41% ਦਾ ਵਾਧਾ ਹੋਇਆ ਹੈ ਅਤੇ ਜੇ ਸਿੱਧੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ 10 ਮਹੀਨਿਆਂ ਦੌਰਾਨ ਗੈਸ ਸਿਲੰਡਰ ਦੀ ਕੀਮਤ 239 ਰੁਪਏ ਪ੍ਰਤੀ ਸਿਲੰਡਰ ਵੱਧ ਚੁੱਕੀ ਹੈ। ਥੋੜੀ ਕਰਕੇ ਕਦੀ 35 ਕਦੀ 50 ਕਰਦੇ 239 ਰੁਪਏ ਦਾ ਵਾਧਾ ਹੋ ਚੁੱਕਾ ਹੈ ਪਿਛਲੇ 10 ਮਹੀਨਿਆਂ ਦੌਰਾਨ। ਕੁਝ ਹੱਦ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਾਂਗ LPG ਗੈਸ ਸਿਲੰਡਰ ਦੀ ਕੀਮਤ ਵੀ ਕੌਮਾਂਤਰੀ ਬਾਜ਼ਾਰ ਵਿੱਚ ਚੱਲ ਰਹੀ ਕੀਮਤ ਨੂੰ ਵੇਖ ਕੇ ਤੈਅ ਕੀਤੀ ਜਾਂਦੀ ਹੈ ਅਤੇ ਇਹ ਮਹੀਨੇ ਵਿੱਚ ਇੱਕ ਵਾਰ ਸਮੀਖਿਆ ਕਰਕੇ ਇਸ ਵਿੱਚ ਬਦਲਾਅ ਕੀਤਾ ਜਾਂਦਾ ਹੈ। ਪਰ ਹੁਣ ਇੱਥੇ ਧਿਆਨ ਰੱਖਿਓ ਕਿ ਸਬਸਿਡੀ ਜੋ ਗੈਸ ਸਿਲੰਡਰ ਉੱਤੇ ਦਿੱਤੀ ਜਾਂਦੀ ਸੀ ਉਹ ਲਗਾਤਾਰ ਘਟਾਈ ਜਾ ਰਹੀ ਹੈ ਅਤੇ ਬਹੁਤ ਜਲਦੀ ਅਜਿਹਾ ਸਮਾਂ ਆਉਣ ਵਾਲਾ ਕਿ ਸਬਸਿਡੀ ਮੰਨਫੀ ਹੋ ਜਾਣੀ ਹੈ। ਹੁਣ ਤੱਕ ਦਾ ਟ੍ਰੈਂਡ ਰੁਝਾਨ ਇਹੀ ਦੱਸ ਰਿਹਾ ਹੈ। ਨਾਲ ਦੀ ਨਾਲ ਕੇਂਦਰ ਸਰਕਾਰ ਵੱਲੋਂ LPG ਸਿਲੰਡਰ ਸੰਬੰਧੀ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਉਜਵਲਾ ਸਕੀਮ ਵੀ ਚੱਲ ਰਹੀ ਹੈ, ਜਿਹਦੇ ਵਿੱਚ ਸਸਤੇ ਭਾਅ ਉੱਤੇ ਕੁਝ ਵਰਗਾਂ ਨੂੰ ਗੈਸ ਸਿਲੰਡਰ ਸਪਲਾਈ ਕੀਤੇ ਜਾਂਦੇ ਨੇ। ਹੁਣ ਜਦੋਂ ਵੀ ਕੋਈ ਚੀਜ਼ ਸਸਤੇ ਭਾਅ ਉੱਤੇ ਦਿੱਤੀ ਜਾਂਦੀ ਹੈ ਤਾਂ ਉਸ ਦੀ ਭਰਪਾਈ ਦੂਜੇ ਵਰਗਾਂ ਕੋਲੋਂ ਕੀਤੀ ਜਾਂਦੀ ਹੈ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਅਜਿਹਾ ਹੀ ਹੋ ਰਿਹਾ ਅਤੇ ਲਗਾਤਾਰ ਵਾਧਾ ਹੋਣ ਪਿੱਛੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਪਰ ਇੱਥੇ ਵੀ ਪੈਟਰੋਲ ਅਤੇ ਡੀਜ਼ਲ ਵਾਂਗ ਇਹ ਚੀਜ਼ ਸਪਸ਼ਟ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀ ਜੋ ਕੀਮਤ ਚੱਲ ਰਹੀ ਹੈ ਭਾਰਤ ਵਿੱਚ, ਉਸ ਨਾਲੋਂ ਕਿਤੇ ਜ਼ਿਆਦਾ ਕੀਮਤ ਵਸੂਲੀ ਜਾ ਰਹੀ ਹੈ। ਹੁਣ ਅਸੀਂ ਤੁਹਾਨੂੰ ਦੱਸਾਂਗੇ ਪੈਟਰੋਲ, ਡੀਜ਼ਲ ਅਤੇ LPG ਦੀਆਂ ਕੀਮਤਾਂ ਸੰਬੰਧੀ ਸਭ ਤੋਂ ਵੱਡਾ ਕਾਰਨ ਕੀ ਹੈ, ਕੌਣ ਇਹਦੇ ਲਈ ਜ਼ਿੰਮੇਵਾਰ ਹੈ। ਇਹਦੇ ਲਈ ਜ਼ਿੰਮੇਵਾਰ ਨੇ ਦੇਸ਼ ਦੇ ਲੋਕ। ਹੁਣ ਤੁਸੀਂ ਸੋਚੋਗੇ ਕਿ ਲੋਕ ਕਿਵੇਂ ਜ਼ਿੰਮੇਵਾਰ ਨੇ? ਲੋਕ ਹੀ ਜ਼ਿੰਮੇਵਾਰ ਨੇ, ਕਿਉਂਕਿ ਸਰਕਾਰਾਂ ਨੇ ਜਦੋਂ ਵੀ ਕੋਈ ਨੀਤੀ ਲਿਆਉਣੀ ਹੁੰਦੀ ਹੈ ਤਾਂ ਉਹ ਲੋਕਾਂ ਦਾ ਰਵੱਈਆ ਵੇਖਦੇ ਨੇ, ਲੋਕਾਂ ਦਾ ਪ੍ਰਤੀਕਰਮ
ਵੇਖਦੇ ਨੇ। ਇਸ ਵੇਲੇ ਪੈਟਰੋਲ, ਡੀਜ਼ਲ ਅਤੇ LPG ਦੀਆਂ ਕੀਮਤਾਂ ਜਿੰਨੀਆਂ ਚੜ੍ਹੀਆਂ ਹੋਈਆਂ ਨੇ ਅਤੇ ਇਸ ਕਰਕੇ ਜਿੰਨੀ ਹੈਰਾਨੀ, ਜਿੰਨੀ ਬੇਚੈਨੀ ਅਤੇ ਜਿੰਨਾ ਰੋਸ ਲੋਕਾਂ ਵਿੱਚ ਜਾਗਣਾ ਚਾਹੀਦਾ ਸੀ ਓਨਾ ਨਹੀਂ ਜਾਗਿਆ। ਅਤੇ ਨਾਲ ਦੀ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਦੋਂ ਦੇਸ਼ ਹਿੱਤ ਦੇ ਨਾਲ ਜੋੜ ਕੇ ਲੋਕਾਂ ਦੇ ਮੂਹਰੇ ਰੱਖਿਆ ਗਿਆ ਤਾਂ ਸਾਡੇ ਦੇਸ਼ ਦਾ ਇੱਕ ਵੱਡਾ ਵਰਗ ਹਾਲੇ ਵੀ ਚੁੱਪ ਧਾਰੀ ਬੈਠਾ। ਉਸ ਨੂੰ ਲੱਗਦਾ ਹੈ ਕਿ ਜੇ ਵੱਧ ਵੀ ਗਈਆਂ ਤਾਂ ਦੇਸ਼ ਹਿੱਤ ਵਿੱਚ ਅਸੀਂ ਇਹ ਕੀਮਤਾਂ ਆਸਾਨੀ ਨਾਲ ਸਹਿਣ ਕਰ ਲਵਾਂਗੇ, ਇਹਨਾਂ ਨੂੰ ਵੀ ਝੱਲ ਲਵਾਂਗੇ। ਦੇਸ਼ ਹਿੱਤ ਵਿੱਚ ਸੋਚਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਹੁਣ ਇੱਥੇ ਇਹ ਚੇਤੇ ਰੱਖੋ ਕਿ ਪਿਛਲੀ ਸਰਕਾਰ ਵੇਲੇ ਜਦੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ 50 ਰੁਪਏ ਤੋਂ ਉੱਪਰ ਟੱਪ ਗਈ ਸੀ, 60 ਦੇ ਨੇੜੇ ਪਹੁੰਚ ਗਈ ਸੀ ਤਾਂ ਦੇਸ਼ ਵਿੱਚ ਹਾਹਾਕਾਰ ਮਚ ਗਿਆ ਸੀ। ਇਸ ਨੂੰ ਇਵੇਂ ਪ੍ਰਚਾਰਿਆ ਗਿਆ ਸੀ ਜਿਵੇਂ ਪਰਲੋ ਆਉਣ ਵਾਲੀ ਹੈ, ਕੋਈ ਬਹੁਤ ਵੱਡਾ ਨੁਕਸਾਨ ਦੇਸ਼ ਦਾ ਹੋ ਗਿਆ, ਕੋਈ ਐਟਮ ਬੰਬ ਡਿੱਗਣ ਵਾਲਾ ਹੈ, ਇਹੋ ਜਿਹੀ ਸਥਿਤੀ ਬਣਾ ਦਿੱਤੀ ਗਈ ਸੀ। ਪਰ ਹੁਣ ਜਦੋਂ ਕੀਮਤ ਦੁੱਗਣੀ ਹੋ ਚੱਲੀ ਹੈ, 100 ਦੇ ਲਾਗੇ ਪਹੁੰਚ ਗਈ ਹੈ, ਕਈ ਥਾਈਂ 100 ਨੂੰ ਟੱਪ ਵੀ ਗਈ ਹੈ, ਤਾਂ ਦੇਸ਼ ਵਿੱਚ ਜਿਸ ਤਰ੍ਹਾਂ ਦਾ ਪ੍ਰਤੀਕਰਮ ਲੋਕਾਂ ਦਾ ਆਉਣਾ ਚਾਹੀਦਾ ਸੀ ਉਹੋ ਜਿਹਾ ਆਇਆ ਨਹੀਂ। ਇਹੋ ਜਿਹੀਆਂ ਨੀਤੀਆਂ ਦੇਖ ਕੇ ਸਰਕਾਰਾਂ ਨੂੰ ਲੱਗਦਾ ਹੈ ਕਿ ਹਾਲੇ ਸਭ ਠੀਕ ਆ, ਹਾਲੇ ਕੋਈ ਬਦਲਾਅ ਕਰਨ ਦੀ ਲੋੜ ਨਹੀਂ, ਲੋਕ ਬਰਦਾਸ਼ਤ ਕਰ ਰਹੇ ਆ, ਇਹਨਾਂ ਨੂੰ ਝੱਲਣ ਦੀ ਆਦਤ ਪੈ ਗਈ ਹੈ। ਅਤੇ ਇੱਕ ਬਹੁਤ ਜ਼ਰੂਰੀ ਚੀਜ਼ ਇਹ ਵੀ ਚੇਤੇ ਰੱਖਿਓ ਕਿ ਪੈਟਰੋਲ, ਡੀਜ਼ਲ ਅਤੇ LPG ਗੈਸ ਇਹ ਉਹ ਚੀਜ਼ਾਂ ਨੇ ਜੋ ਹਰ ਬੰਦੇ ਨੇ ਵਰਤਣੀਆਂ ਹੀ ਵਰਤਣੀਆਂ, ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧ ਰੱਖਦਾ ਹੋਵੇ। ਕੋਈ ਵੀ ਇਹਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਕੋਈ ਵੀ ਇਹ ਨਹੀਂ ਕਹੂਗਾ ਕਿ ਅਸੀਂ ਹੁਣ ਇਹ ਚੀਜ਼ਾਂ ਵਰਤਣੀਆਂ ਛੱਡ ਰਹੇ ਹਾਂ ਜਾਂ ਛੱਡ ਦੇਵਾਂਗੇ, ਕਿਉਂਕਿ ਇਹ ਜ਼ਿੰਦਗੀ ਦਾ ਇੰਨਾ ਜ਼ਰੂਰੀ ਹਿੱਸਾ ਬਣ ਚੁੱਕੀਆਂ ਨੇ। ਇਸ ਲਈ ਲੋਕਾਂ ਨੂੰ ਇਹਨਾਂ ਦੀ ਖਰੀਦ ਕਰਨੀ ਹੀ ਪੈਣੀ ਹੈ, ਚਾਹੇ ਉਹ ਕਿਸੇ ਵੀ ਕੀਮਤ ਉੱਤੇ ਮਿਲਣ। ਸੋ ਜਿਹੜੀ ਚੀਜ਼ ਇੰਨੀ ਜ਼ਰੂਰੀ ਹੈ, ਜਿਹਦੀ ਸਪਲਾਈ ਜੋ ਵੀ ਹੋਵੇ, ਡਿਮਾਂਡ ਹਮੇਸ਼ਾ ਰਹਿਣੀ ਹੈ, ਉਹਦੀ ਕੀਮਤ ਜੇ ਵਧਾ ਵੀ ਦਿੱਤੀ ਜਾਵੇ ਤਾਂ ਸਰਕਾਰਾਂ ਨੂੰ ਹੀ ਫਾਇਦਾ ਹੋਣਾ ਹੈ ਅਤੇ ਨੁਕਸਾਨ ਲੋਕਾਂ ਨੂੰ ਝੱਲਣਾ ਪੈਣਾ। ਇਸੇ ਚੀਜ਼ ਦਾ ਫਾਇਦਾ ਸਰਕਾਰਾਂ ਉਠਾ ਰਹੀਆਂ ਨੇ। ਇਸ ਪਿੱਛੇ ਜੋ ਨੀਤੀ ਕੰਮ ਕਰ ਰਹੀ ਹੈ, ਜੋ ਮਾਨਸਿਕਤਾ ਕੰਮ ਕਰ ਰਹੀ ਹੈ, ਉਹਨੂੰ ਸਮਝਣਾ ਬੇहद ਜ਼ਰੂਰੀ ਹੈ। ਇਹ ਗੱਲ ਵੀ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਰਫ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਨਹੀਂ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਰਕੇ ਬਾਕੀ ਚੀਜ਼ਾਂ, ਖਾਣ ਪੀਣ ਦੇ ਸਮਾਨ ਅਤੇ ਹੋਰ ਚੀਜ਼ਾਂ ਦੀ ਕੀਮਤ ਵੀ ਵਧੂਗੀ, ਕਿਉਂਕਿ ਪੈਟਰੋਲ ਅਤੇ ਡੀਜ਼ਲ ਹੀ ਢੋਆ ਢੁਆਈ ਦੇ ਕੰਮ ਆਉਂਦੇ ਨੇ ਤੇ ਇਹਨਾਂ ਕਰਕੇ ਹੀ ਬਾਕੀ ਚੀਜ਼ਾਂ ਦੀ ਕੀਮਤ ਤੈਅ ਹੁੰਦੀ ਹੈ। ਜੇ ਅਸੀਂ ਇਸ ਵੇਲੇ ਦੀ ਨਹੀਂ ਸੋਚ ਰਹੇ ਤਾਂ ਆਉਣ ਵਾਲੇ ਮਹੀਨਿਆਂ ਦੀ, ਆਉਣ ਵਾਲੇ ਸਾਲਾਂ ਦੀ ਜ਼ਰੂਰ ਸੋਚੀਏ ਕਿ ਕੀਮਤਾਂ ਜੇ ਇੱਦਾਂ ਹੀ ਵਧਦੀਆਂ ਗਈਆਂ ਤੇ ਲੋਕਾਂ ਦਾ ਇਹੀ ਨਜ਼ਰੀਆ ਰਿਹਾ ਤਾਂ ਕੀਮਤਾਂ ਕਿੱਥੇ ਜਾਣਗੀਆਂ। ਇਹ ਸੋਚ ਕੇ ਵੀ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ ਅਤੇ ਇਹਦੇ ਬਾਰੇ ਸਰਕਾਰਾਂ ਤੋਂ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਸੂਬਾ ਸਰਕਾਰਾਂ ਨੇ, ਲੋਕਾਂ ਦਾ ਫਰਜ਼ ਬਣਦਾ ਕਿ ਉਹ ਸਰਕਾਰਾਂ ਨੂੰ ਸਵਾਲ ਪੁੱਛਣ, ਸਰਕਾਰਾਂ ਉੱਤੇ ਦਬਾਅ ਬਣਾਉਣ, ਕਿਉਂਕਿ ਲੋਕਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਸੋ ਪੈਟਰੋਲ, ਡੀਜ਼ਲ ਅਤੇ LPG ਨਾ ਤਾਂ ਇਹਨਾਂ ਦੀ ਕੀਮਤ ਕੌਮਾਂਤਰੀ ਬਾਜ਼ਾਰ ਨੇ ਘਟਾਉਣੀ ਹੈ, ਨਾ ਮੀਡੀਆ ਨੇ, ਨਾ ਅਦਾਲਤਾਂ ਨੇ, ਕਿਸੇ ਨੇ ਨਹੀਂ। ਇਹ ਕੀਮਤ ਲੋਕਾਂ ਨੇ ਆਪ ਘਟਾਉਣੀ ਹੈ। ਜਿੱਦਣ ਲੋਕ ਜਾਗਣਗੇ, ਸਰਕਾਰ ਨੂੰ ਸਵਾਲ ਪੁੱਛਣਗੇ, ਆਪਣਾ ਰੋਸ ਜ਼ਾਹਰ ਕਰਨਗੇ, ਤਾਂ ਜਾ ਕੇ ਕੀਮਤਾਂ ਹੇਠ ਆਉਣੀਆਂ। ਨਹੀਂ ਤਾਂ ਇੱਕ ਚੀਜ਼ ਅੱਜ ਨੋਟ ਕਰ ਲਓ ਕਿ ਇਹ ਕੀਮਤਾਂ ਅੱਗੇ ਵੀ ਵੱਧਦੀਆਂ ਹੀ ਜਾਣੀਆਂ ਅਤੇ ਵੱਧਦੀਆਂ ਹੀ ਜਾਣੀਆਂ ਨੇ। ਆਸ ਹੈ ਕਿ ਇਹ ਪ੍ਰੋਗਰਾਮ ਵੇਖਣ ਵਾਲੇ ਦਰਸ਼ਕ ਪੈਟਰੋਲ, ਡੀਜ਼ਲ ਅਤੇ LPG ਦੇ ਇਸ ਪੂਰੇ ਰਾਜ਼ ਨੂੰ ਸਮਝ ਗਏ ਹੋਣਗੇ ਕਿ ਕਿਉਂ ਅਤੇ ਕਿਵੇਂ ਇਹ ਕੀਮਤਾਂ ਵੱਧਦੀਆਂ ਨੇ। ਇਸ ਮੁੱਦੇ ਬਾਰੇ ਆਪਣੀ ਰਾਏ ਹੇਠਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਅਤੇ ਇਸੇ ਤਰ੍ਹਾਂ ਕੋਈ ਹੋਰ ਜਾਣਕਾਰੀ ਵਾਲਾ ਵਿਸ਼ਾ ਲੈ ਕੇ ਅਗਲੀ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਪ੍ਰੋਗਰਾਮ ਵੇਖਣ ਲਈ ਧੰਨਵਾਦ।